ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਹੈ ਉਸ ਦਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੀ ਪ੍ਰਧਾਨਗੀ ਦੇ ਹੇਠ ਹੋਈ ਹੈ, ਜਿਹਦੇ ਵਿੱਚ ਇੱਕ ਤਾਂ ਜਿਹੜੇ ਸਾਡੀ ਪਾਰਟੀ ਦੇ ਸੀਨੀਅਰ ਲੀਡਰ ਸਰਦਾਰ ਹਰੀ ਸਿੰਘ ਜੀ ਜੀਰਾ ਸਾਹਿਬ, ਸਰਦਾਰ ਰਘਵੀਰ ਸਿੰਘ ਜੀ ਜਕੇਪਲ ਸਾਹਿਬ ਤੇ ਹੋਰ ਸ਼ਖਸੀਅਤਾਂ और ਜਿਹੜੇ 118 ਲੋਕ ਜਿਹੜੇ ਆ ਮਾਝੇ ਦੇ ਵਿੱਚ ਵਾਪਰੀ ਵੱਡੀ ਟ੍ਰੈਜਡੀ ਵਿੱਚ ਮਾਰੇ ਗਏ, ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਅਰਦਾਸ ਕੀਤੀ ਔਰ ਕੁਝ ਵੱਡੇ ਫੈਸਲੇ ਕੀਤੇ ਆ। ਇੱਕ ਤਾਂ ਪਟਿਆਲਾ ਜ਼ਿਲ੍ਹੇ ਦੇ ਵਿੱਚ ਨਾਭਾ ਰੋਡ ਦੇ ਉੱਤੇ ਪਿੰਡ ਕਲਿਆਣਪੁਰ ਦੇ ਵਿੱਚ ਪਿਛਲੇ 2 ਹਫ਼ਤੇ ਤੋਂ ਵੱਧ ਸਮਾਂ ਹੋ ਗਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਸਰੂਪ ਜਿਹੜੇ ਆ ਉਹ ਗੁਰਦੁਆਰਾ ਸਾਹਿਬ ਦੇ ਵਿੱਚੋਂ ਚੋਰੀ ਹੋ ਚੁੱਕੇ, ਪਰ ਅਫਸੋਸ ਇਸ ਗੱਲ ਦਾ ਕਿ ਹਾਲੇ ਤੱਕ ਜਿਹੜੇ ਆ ਉਹ ਚੋਰ ਫੜੇ ਨਹੀਂ ਗਏ ਔਰ ਗੁਰੂ ਮਹਾਰਾਜ ਦੇ ਸਰੂਪ ਜਿਹੜੇ ਆ ਰਿਕਵਰ ਨਹੀਂ ਹੋ ਸਕੇ। ਸਾਡੀ ਲੀਡਰਸ਼ਿਪ ਨੇ ਵੀ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਉੱਥੇ ਵਿਜ਼ਿਟ ਵੀ ਕੀਤਾ, ਅਫਸਰਾਂ ਨਾਲ ਵੀ ਗੱਲਬਾਤ ਕੀਤੀ ਹੈ, ਪਰ ਹਾਲੇ ਤੱਕ ਜੋ ਕਾਰਵਾਈ ਜਿਸ ਪੱਧਰ 'ਤੇ ਹੋਣੀ ਚਾਹੀਦੀ ਸੀ ਉਸ ਤਰ੍ਹਾਂ ਦੀ ਕਾਰਵਾਈ ਨਹੀਂ ਹੋਈ। ਬਹੁਤ ਵੱਡੀ ਨਲਾਇਕੀ ਹੈ ਮੈਂ ਸਮਝਦਾ ਸਰਕਾਰ ਦੀ। ਇਸ ਲਈ ਅਸੀਂ ਮਜਬੂਰ ਹੋ ਕੇ ਫੈਸਲਾ ਕੀਤਾ ਕਿ 7 ਤਰੀਕ ਨੂੰ ਪਰਸੋਂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਗੁਰਦੁਆਰਾ ਸਾਹਿਬ ਦੇ ਵਿੱਚੋਂ ਜਿਹੜੇ ਪਟਿਆਲੇ ਦੇ ਵਿੱਚੋਂ ਅਰਦਾਸ ਕਰਨ ਉਪਰੰਤ 11 ਵਜੇ ਤੋਂ ਲੈ ਕੇ 1 ਵਜੇ ਤੱਕ SSP ਦਫ਼ਤਰ ਦੇ ਸਾਹਮਣੇ ਧਰਨੇ ਦੇ ਉੱਤੇ ਬੈਠਣਗੇ। ਉਸ ਤੋਂ ਬਾਅਦ ਇਹ ਲਗਾਤਾਰ ਧਰਨਾ ਡੇਲੀ ਚੱਲਦਾ ਰਹੇਗਾ ਜਿੰਨੀ ਦੇਰ ਤੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਰਿਕਵਰ ਨਹੀਂ ਹੁੰਦੇ, ਉਨੀ ਦੇਰ ਤੱਕ ਔਰ ਦੋਸ਼ੀ ਜਿੰਨੀ ਦੇਰ ਤੱਕ ਫੜੇ ਨਹੀਂ ਜਾਂਦੇ ਇਹ ਧਰਨਾ ਜਿਹੜਾ ਲਗਾਤਾਰ ਚੱਲੇਗਾ। ਕੱਲ੍ਹ 7 ਤਰੀਕ ਨੂੰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬੈਠਣਗੇ, ਉਸ ਤੋਂ ਬਾਅਦ 8 ਤਰੀਕ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ। ਇਸੇ ਤਰ੍ਹਾਂ ਹੀ ਹਰ ਰੋਜ਼ ਜਿਹੜਾ ਇਹ ਫਿਰ ਲਗਾਤਾਰ ਪ੍ਰੋਗਰਾਮ ਜਿਹੜਾ ਉਹ ਚੱਲਦਾ ਰਹੇਗਾ। ਇੱਕ ਜਿਹੜਾ ਮਾਝੇ ਦੇ ਵਿੱਚ ਬੜੀ ਵੱਡਾ ਦੁਖਾਂਤ ਵਾਪਰਿਆ ਜਿਹਦੇ ਵਿੱਚ 118 ਦੇ ਕਰੀਬ ਜਾਨਾਂ ਗਈਆਂ, ਜ਼ਹਿਰੀਲੀ ਸ਼ਰਾਬ ਜਿਹਦੇ ਵਿੱਚ ਬਹੁਤ ਵੱਡਾ ਨੈਕਸਸ ਕਾਂਗਰਸ ਦੇ ਲੀਡਰਾਂ ਦੀ ਸ਼ਮੂਲੀਅਤ ਔਰ ਸਰਕਾਰ ਦੀ ਪੂਰੀ ਵੱਡੀ ਪੁਸ਼ਪਨਾਈ ਹੋਈ ਹੈ, ਉਹਦੇ 'ਤੇ ਗੰਭੀਰਤਾ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਔਰ ਇਹ ਫੈਸਲਾ ਕੀਤਾ ਗਿਆ ਕਿ ਕੱਲ੍ਹ 6 ਤਰੀਕ ਨੂੰ 5 ਵਜੇ ਪ੍ਰਧਾਨ ਸਾਹਿਬ ਇੱਕ ਵਫਦ ਨੂੰ ਲੈ ਕੇ ਮਾਨਯੋਗ ਗਵਰਨਰ ਸਾਹਿਬ ਨੂੰ ਮਿਲਣਗੇ ਪਹਿਲਾਂ, ਔਰ 2 ਮੰਗਾਂ ਮੁੱਖ ਲੈ ਕੇ ਕਿ ਇੱਕ ਤਾਂ ਇਹ ਕੇਸ CBI ਦੇ ਹਵਾਲੇ ਕੀਤਾ ਜਾਵੇ ਔਰ ਦੂਸਰਾ ਇਹ ਹੈ ਕਿ ਮੁੱਖ ਮੰਤਰੀ ਨੂੰ ਜਿਹੜਾ ਚੱਲਦਾ ਕੀਤਾ ਜਾਵੇ, ਕਿਉਂਕਿ ਜੋ ਕੁਛ ਇਹ ਵਾਪਰਿਆ ਜਦੋਂ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਹੈ ਬਹੁਤ ਵੱਡਾ ਰੈਵਨਿਊ ਲਾਸ ਪੰਜਾਬ ਦੇ ਵਿੱਚ ਹੋਇਆ, ਨਸ਼ਿਆਂ ਦੀ ਬੜੀ ਵੱਡੀ ਗਿਣਤੀ ਦੇ ਵਿੱਚ ਵਾਧਾ ਹੋਇਆ, ਇਲੀਗਲ ਸ਼ਰਾਬ ਦੀਆਂ ਫੈਕਟਰੀਆਂ ਫੜੀਆਂ ਗਈਆਂ, ਕਾਂਗਰਸ ਦੇ ਲੀਡਰਾਂ ਦੀ ਬੜੀ ਭੁਗਤ ਹੋਣ ਦੇ ਬਾਵਜੂਦ ਵੀ ਕਿਤੇ ਵੀ ਕੋਈ ਐਕਸ਼ਨ ਨਹੀਂ ਲਿਆ। ਇਸ ਕਰਕੇ ਦੋਨਾਂ ਮੰਗਾਂ ਨੂੰ ਲੈ ਕੇ 6 ਤਰੀਕ ਨੂੰ ਪ੍ਰਧਾਨ ਸਾਹਿਬ ਗਵਰਨਰ ਸਾਹਿਬ ਨੂੰ ਮਿਲਣਗੇ। 7, 8, 9, 10 4 ਦਿਨ ਰੋਜ਼ 11 ਤੋਂ 1 ਵਜੇ ਧਰਨਾ ਜਿਹੜਾ ਰਾਜ ਭਵਨ ਦੇ ਸਾਹਮਣੇ ਇੱਕ ਲੀਡਰ ਪਾਰਟੀ ਦਾ ਸੀਨੀਅਰ ਲੀਡ ਕਰੇਗਾ ਔਰ 5-5 ਵਰਕਰਾਂ ਦੇ 10 ਗਰੁੱਪ, ਟੋਟਲ 50 ਵਰਕਰ, ਕਿਉਂਕਿ ਕੋਵਿਡ ਕਰਕੇ ਅਸੀਂ ਰਸ਼ ਜ਼ਿਆਦਾ ਨਹੀਂ ਕਰ ਰਹੇ, ਪਰ ਸਿੰਬੋਲਿਕ ਤੌਰ ਦੇ ਉੱਤੇ 5-5 ਵਰਕਰਾਂ ਦੇ 10 ਗਰੁੱਪ ਜਿਹੜੇ ਆ ਉਹ ਡੇਲੀ ਰਾਜ ਭਵਨ ਦੇ ਵਿੱਚ ਜਾਇਆ ਕਰਨਗੇ। ਇਸ ਕਰਕੇ 7 ਤਰੀਕ ਨੂੰ ਵੀ ਸਰਦਾਰ ਬਲਵਿੰਦਰ ਸਿੰਘ ਭੁੰਦਲ ਲੀਡ ਕਰਨਗੇ, 8 ਤਰੀਕ ਨੂੰ ਚੰਦੂ ਮਾਜਰਾ ਸਾਹਿਬ, 9 ਤਰੀਕ ਨੂੰ ਗਾਵੜੀਆ ਸਾਹਿਬ, 10 ਤਰੀਕ ਨੂੰ ਸਰਦਾਰ ਸ਼ਰਨਜੀਤ ਸਿੰਘ ਢਿੱਲੋਂ ਸਾਹਿਬ। ਔਰ ਫਿਰ ਉਸ ਤੋਂ ਬਾਅਦ ਇੱਕ ਦਿਨ ਦਾ ਦਿੱਲੀ ਵੀ ਅਸੀਂ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨੂੰ ਵੀ ਦੱਸਿਆ ਜਾਵੇ ਵੀ ਕਿਸ ਤਰੀਕੇ ਉਹਦੀ ਸਰਕਾਰ ਪੰਜਾਬ ਦੇ ਵਿੱਚ ਲੁੱਟ ਕਰ ਰਹੀ ਹੈ, ਪੈਸੇ ਦੀ, ਖਜ਼ਾਨੇ ਦੀ ਲੁੱਟ ਕਰ ਰਹੀ ਹੈ, ਕਿਸ ਤਰੀਕੇ ਕਮਾਈਆਂ ਕੀਤੀਆਂ ਜਾ ਰਹੀਆਂ ਨੇ। ਸਾਰਾ ਕੁਛ ਉੱਥੇ ਉਹਨਾਂ ਦੇ ਕੰਨ ਖੁੱਲ੍ਹਣ ਵਾਸਤੇ ਦਿੱਲੀ ਵੀ ਇੱਕ ਦਿਨ ਜਾ ਕੇ ਉਹਦੀ ਤਰੀਕ ਬਾਅਦ ਦੇ ਵਿੱਚ ਐਲਾਨ ਕਰਾਂਗੇ, ਉੱਥੇ ਜਾ ਕੇ ਅਤੇ ਉੱਥੇ ਵੀ ਧਰਨਾ ਜਾਣਾ। ਇੱਕ 13 ਤਰੀਕ ਨੂੰ ਜਿਹੜੀ ਰਾਜਪੁਰੇ ਜਿੱਥੇ ਨਜਾਇਜ਼ ਸ਼ਰਾਬ ਦੀ ਫੈਕਟਰੀ ਫੜੀ ਗਈ ਸੀ ਉਸ ਥਾਂ ਦੇ ਉੱਤੇ ਵੱਡਾ ਧਰਨਾ ਰੱਖਿਆ ਗਿਆ ਔਰ ਇੱਕ 14 ਤਰੀਕ ਨੂੰ ਜਿਹੜੀ ਖੰਨੇ ਦੇ ਵਿੱਚ ਨਜਾਇਜ਼ ਸ਼ਰਾਬ ਦੀ ਫੈਕਟਰੀ ਫੜੀ ਗਈ ਸੀ ਉਸ ਜਗ੍ਹਾ ਦੇ ਉੱਤੇ ਵੀ ਜਿਹੜਾ ਹੈਗਾ ਧਰਨਾ ਜਿਹੜਾ ਉਹ ਰੱਖਿਆ ਗਿਆ। ਇਹ ਸਾਰੇ ਪ੍ਰੋਗਰਾਮ ਚੱਲਣਗੇ। ਪਟਿਆਲੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਸਰੂਪ ਚੋਰੀ ਹੋਇਆ
ਉਹਦੀ ਰਿਕਵਰੀ ਵਾਸਤੇ, ਦੋਸ਼ੀਆਂ ਦੇ ਖਿਲਾਫ ਐਕਸ਼ਨ ਵਾਸਤੇ। ਔਰ ਦੂਜਾ ਜਿਹੜਾ ਸ਼ਰਾਬ ਦਾ ਕਾਂਡ ਹੋਇਆ, ਇਹਦਾ ਚੰਡੀਗੜ੍ਹ ਚੱਲੇਗਾ ਕੰਮ। ਫਿਰ 18 ਤਰੀਕ ਨੂੰ ਅਗਲੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਜਿਹੜੇ ਹੋਰ ਆ ਬਾਕੀ ਅਗਲੇ ਫੈਸਲੇ ਜਿਹੜੇ ਆ ਉਹ ਐਲਾਨੇ ਜਾਣਗੇ। ਇਹ ਸਾਰਾ ਪ੍ਰੋਗਰਾਮ ਅੱਜ ਦੀ ਮੀਟਿੰਗ ਦੇ ਵਿੱਚ ਹੈ। ਪ੍ਰੋਗਰਾਮ ਜਿਹੜੇ ਸਰ 14 ਤਰੀਕ ਤੱਕ ਫਾਈਨਲ ਕੀਤੇ ਜਾਂ ਲਗਾਤਾਰ ਚੱਲਦੇ ਰਹੇ? ਕਿਉਂਕਿ 15 ਤਰੀਕ ਨੂੰ ਜਿਹੜੀ ਹੈਗੀ ਆ 15 ਅਗਸਤ ਕਰਕੇ ਅਸੀਂ ਉਹ ਦਿਨ ਛੱਡਿਆ, ਇਸ ਲਈ 15 ਤੋਂ ਬਾਅਦ ਫਿਰ 18 ਤਰੀਕ ਨੂੰ ਕੋਰ ਕਮੇਟੀ ਦੇ ਵਿੱਚ ਅਗਲਾ ਪ੍ਰੋਗਰਾਮ ਸਾਰਾ ਨਿਕਲਦਾ। ਹਾਲੇ ਜਿਹੜੇ ਹੈਗੇ ਗਵਰਨਰ ਸਾਹਿਬ ਦੇ ਪ੍ਰੋਗਰਾਮ ਜਿਹੜੇ ਆ ਕੱਲ 6 ਨੂੰ ਪ੍ਰਧਾਨ ਸਾਹਿਬ ਮਿਲਣਗੇ, 7, 8, 9, 10 4 ਦਿਨ ਧਰਨਾ ਹੋਏਗਾ। ਪਟਿਆਲੇ ਦੇ ਵਿੱਚ ਪਰਸੋਂ ਪ੍ਰਧਾਨ ਸਾਹਿਬ ਧਰਨਾ ਲੀਡ ਕਰਨਗੇ। ਉਸ ਤੋਂ ਬਾਅਦ ਅਗਲੇ ਦਿਨ 8 ਤਰੀਕ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਤੇ ਫਿਰ ਉੱਥੇ ਲਗਾਤਾਰ ਇੱਕ ਹਲਕਾ ਰੋਜ਼ ਜਿਹੜਾ ਪਟਿਆਲੇ 11 ਤੋਂ 1 ਵਜੇ ਤੱਕ SSP ਦਫ਼ਤਰ ਦੇ ਸਾਹਮਣੇ ਧਰਨਾ ਦੇ। ਦੇਖੋ ਸਰਕਾਰ ਤਾਂ ਆਪ ਉਹਨਾਂ ਦੇ ਨਾਲ ਮਿਲੀ ਹੋਈ ਹੈ। ਕੈਬਨਿਟ ਦੇ ਵਿੱਚ ਵੀ ਕਿੱਡੇ ਵੱਡੇ ਸਵਾਲ ਉੱਠੇ ਕਿ 5600 ਕਰੋੜ ਦਾ ਰੈਵਨਿਊ ਲਾਸ ਹੋਇਆ। ਜਿਸ ਚੀਫ ਸੈਕਟਰੀ ਨੇ ਆਵਾਜ਼ ਉਠਾਈ ਸੀ ਕਿ ਇਲੀਗਲ ਸ਼ਰਾਬ ਕਰਕੇ ਘਾਟਾ ਪੈ ਰਿਹਾ, ਉਹ ਚੀਫ ਸੈਕਟਰੀ ਤਾਂ ਹਟਾ ਦਿੱਤਾ ਗਿਆ, ਪਰ ਜਿਹੜਾ ਅਸਲੀ ਚੋਰੀ ਸੀ, ਲੁੱਟ ਸੀ, ਉਹਨੂੰ ਰੋਕਣ ਵਾਸਤੇ ਕੋਈ ਕਦਮ ਨਹੀਂ ਚੁੱਕਿਆ ਗਿਆ। ਇਸ ਕਰਕੇ ਸਿੱਧੀ ਪੁਸ਼ਤ ਪੜਾਈ ਹੋ ਰਹੀ ਹੈ। ਸਾਰਾ ਜਿਹੜਾ ਰੈਵਨਿਊ ਲੁੱਟਿਆ ਜਾ ਰਿਹਾ ਔਰ ਲੋਕਾਂ ਨੂੰ ਜ਼ਹਿਰ ਪਿਲਾ ਕੇ ਲੋਕ ਮਰ ਰਹੇ ਆ। ਇਸ ਕਰਕੇ ਇੱਥੇ CBI ਦੀ ਇਨਕੁਆਇਰੀ ਹੋਏਗੀ ਤੇ ਸਾਰੀ ਸੱਚਾਈ ਲੋਕਾਂ ਦੇ ਸਾਹਮਣੇ ਆਏਗੀ ਕਿ ਕਿੰਨੇ ਪੈਸਾ ਖਾਧਾ, ਕਿੰਨਾ ਖਾਧਾ। ਹਾਲੇ ਤੱਕ ਜਿੰਨੀਆਂ ਇਨਕੁਆਇਰੀਆਂ ਹੋਈਆਂ ਸਾਰਿਆਂ ਤੇ ਪਰਦੇ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਕਿਤੇ ਵੀ ਕੋਈ ਪੈਸਾ ਰਿਕਵਰ ਕਰਕੇ ਖਜ਼ਾਨੇ 'ਚ ਜਮ੍ਹਾਂ ਕਰਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਦੇਖੋ ਛੋਟੀ ਜਿਹੀ ਗੱਲ ਨਹੀਂ ਹੈ। ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਛੋਟੇ ਸਾਈਜ਼ ਦਾ ਬੜਾ ਰੇਅਰ ਜਿਹੜੇ ਹੈਗਾ ਉਹ ਸਰੂਪ ਹੈ। ਇਹੋ ਜਿਹੀ ਜਿਹੜੀ ਵਡਮੁੱਲੀ ਜਿਹੜਾ ਹੈਗਾ ਸਰੂਪ ਹੈ, ਜਿਹੜਾ ਵਰਲਡ ਵਾਰ ਦੇ ਟਾਈਮ ਤੋਂ 100 ਸਾਲ ਤੋਂ ਵੀ ਵੱਧ ਪੁਰਾਣਾ ਜਿਹੜਾ ਉਹ ਇਤਿਹਾਸ ਹੈ। ਇਸ ਕਰਕੇ ਇਹੋ ਜਿਹੀ ਜਿਹੜੀ ਗੁਰੂ ਸਾਹਿਬ ਦੇ ਸਰੂਪ ਦੀ ਚੋਰੀ ਹੋਣੀ ਔਰ ਇੰਨੀ ਦੇਰ ਤੱਕ ਪਤਾ ਨਾ ਲੱਗਣਾ, ਇਹ ਆਪਣੇ ਆਪ ਦੇ ਵਿੱਚ ਬਹੁਤ ਦੁਖਦਾਈ ਗੱਲ ਹੈ। ਇਸ ਕਰਕੇ ਪਹਿਲਾਂ ਆਪਣੇ ਪੱਧਰ ਦੇ ਉੱਤੇ ਲੀਡਰਾਂ ਨੇ ਮਿਲ ਕੇ ਲੋਕਲ ਪੁਲਿਸ ਨੂੰ ਕੋਸ਼ਿਸ਼ ਕੀਤੀ ਹੈ, ਪਰ ਹੁਣ ਸਾਡੀ ਹੈ ਕਿ ਇਹ ਜਿਹੜੀ ਦੁਰਲੱਭ ਸਰੂਪ ਹੈ ਇਹਨੂੰ ਲੱਭਿਆ ਜਾਵੇ, ਇਮੀਡੀਏਟਲੀ ਪਤਾ ਲੱਗੇ, ਜਿਹੜੇ ਵੀ ਲੋਕਾਂ ਨੇ ਕਾਰਾ ਕੀਤਾ ਉਹਨਾਂ ਦੇ ਖਿਲਾਫ ਸਖਤ ਜਿਹੜੀ ਆ ਉਹ ਕਰ ਦੇ। ਦੇਖੋ ਸੈਸ਼ਨ ਦੇ ਵਿੱਚ ਤਾਂ ਮੁੱਦੇ ਆ, ਪਰ ਇਹ ਹੈ ਕਿ ਹੁਣ ਸੈਸ਼ਨ ਰੱਖਣਾ ਗੌਰਮੈਂਟ ਨੇ ਆ ਤੇ ਸੈਸ਼ਨ ਦਾ ਸਮਾਂ ਕਿੰਨਾ ਰੱਖਦੇ ਇਹ ਡਿਪੈਂਡ ਕਰਦਾ। ਹੁਣ ਤਾਂ ਇੰਨੇ ਮੁੱਦੇ ਆ ਕਿ ਜਿੰਨੇ ਦਿਨ ਵੀ ਸੈਸ਼ਨ ਚੱਲੇ ਉਹਨਾਂ ਥੋੜਾ, ਪਰ ਪਿਛਲਾ ਜੋ ਹੁਣ ਤੱਕ ਦਾ ਇਤਿਹਾਸ ਹੈ ਕਿ ਹਮੇਸ਼ਾ ਜਿਹੜਾ ਰਸਮੀ ਤੌਰ ਤੇ ਸੈਸ਼ਨ ਕਰਕੇ ਸਰਕਾਰੀ ਕੰਮਕਾਜ ਕੀਤਾ ਜਾਂਦਾ। ਖੁੱਲ੍ਹ ਕੇ ਮੁੱਦੇ ਹੋਣੇ ਚਾਹੀਦੇ ਨੇ। ਸੈਸ਼ਨ ਦਾ ਤਾਂ ਹੀ ਫਾਇਦਾ ਕਿ ਲੰਬਾ ਸੈਸ਼ਨ ਚੱਲੇ, ਉਹ ਸਾਰੇ ਮੁੱਦੇ ਉਤਰਦੇ।